ਦਰਦ ਨਾਲ ਮੇਰਾ ਬੁਰਾ ਹਾਲ ਸੀ। ਮੇਰੀ ਅਜਿਹੀ ਹਾਲਤ ਸੀ ਕਿ ਮੇਰੇ ਤੋਂ ਘਰ ਦਾ ਕੋਈ ਕੰਮ ਨਹੀਂ ਹੋ ਰਿਹਾ ਸੀ। ਸਾਰਾ ਘਰ ਉਥਲ-ਪੁਥਲ ਹੋਇਆ ਪਿਆ ਸੀ। ਇੱਕ ਪਾਸੇ ਭਾਂਡਿਆਂ ਦਾ ਢੇਰ ਪਿਆ ਸੀ ਅਤੇ ਦੂਜੇ ਪਾਸੇ ਧੋਣ ਵਾਲੇ ਕੱਪੜੇ ਪਏ ਸਨ। ਇਹ ਕੰਮ ਮੈਂ ਥੋੜ੍ਹੀ ਦੇਰ ਨਾਲ ਵੀ ਕਰ ਸਕਦੀ ਸੀ, ਪਰ ਮਸਲਾ ਤਾਂ ਸਾਰਾ ਰੋਟੀ ਤਿਆਰ ਕਰਨ ਦਾ ਸੀ। ਰੋਟੀ ਬਣਾਉਣਾ ਅਜਿਹਾ ਕੰਮ ਸੀ ਜੋ ਮੈਨੂੰ ਸਮੇਂ ਸਿਰ ਕਰਨਾ ਹੁੰਦਾ ਸੀ, ਹਰ ਹਾਲ ਵਿੱਚ, ਭਾਵੇਂ ਮੈਂ ਕਿੰਨੇ ਹੀ ਦਰਦ ਵਿੱਚ ਕਿਉਂ ਨਾ ਹੋਵਾਂ। ਮੈਂ ਇਸ ਘਰ ਵਿੱਚ ਆਪਣੇ ਪਤੀ ਨਾਲ ਰਹਿੰਦੀ ਸੀ। ਮੇਰੇ ਵਿਆਹ ਨੂੰ ਬਹੁਤ ਸਮਾਂ ਗੁਜ਼ਰ ਚੁੱਕਿਆ ਸੀ, ਪਰ ਮੈਂ ਔਲਾਦ ਲਈ ਹਲੇ ਤੱਕ ਤਰਸ ਰਹੀ ਸੀ। ਮੇਰੇ ਪਤੀ ਦੀਆਂ ਰਿਪੋਰਟਾਂ ਸਹੀ ਨਹੀਂ ਸਨ, ਜਿਸ ਕਰਕੇ ਉਹ ਵੀ ਚੁੱਪ ਸਨ, ਨਹੀਂ ਤਾਂ ਹੁਣ ਤੱਕ ਉਹ ਮੈਨੂੰ ਛੱਡ ਕੇ ਦੂਜਾ ਵਿਆਹ ਕਰ ਚੁੱਕੇ ਹੁੰਦੇ। ਮੇਰੀ ਸੱਸ ਤਾਂ ਇਹ ਗੱਲ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਕਮੀ ਮੇਰੇ ਵਿੱਚ ਨਹੀਂ, ਉਹਨਾਂ ਦੇ ਮੁੰਡੇ ਵਿੱਚ ਹੈ। ਇੰਨੀ ਜ਼ਿਆਦਾ ਵੀ ਦਿੱਕਤ ਨਹੀਂ ਸੀ, ਉਹ ਥੋੜ੍ਹੇ ਬਹੁਤ ਇਲਾਜ ਨਾਲ ਠੀਕ ਹੋ ਸਕਦੇ ਸਨ। ਪਰ ਮੇਰੇ ਪਤੀ ਦੀ ਇੱਕ ਹੀ ਜਿੱਦ ਸੀ ਕਿ ਡਾਕਟਰ ਝੂਠ ਬੋਲਦੇ ਹਨ, ਮੈਂ ਬਿਲਕੁਲ ਠੀਕ ਹਾਂ। ਮੈਂ ਵੀ ਚੁੱਪ ਹੋ ਜਾਂਦੀ। ਜ਼ਿੰਦਗੀ ਇਸੇ ਤਰ੍ਹਾਂ ਗੁਜ਼ਰ ਰਹੀ ਸੀ। ਮੇਰੇ ਪਤੀ ਸਵੇਰੇ ਕੰਮ 'ਤੇ ਚਲੇ ਜਾਂਦੇ ਅਤੇ ਸ਼ਾਮ ਨੂੰ ਦੇਰ ਨਾਲ ਘਰ ਆਉਂਦੇ। ਮੈਂ ਸਾਰਾ ਦਿਨ ਘਰ ਵਿੱਚ ਇਕੱਲੀ ਰਹਿੰਦੀ। ਘਰ ਦਾ ਸਮਾਨ ਵੀ ਮੈਂ ਇਕੱਲੀ ਹੀ ਲੈ ਕੇ ਆਉਂਦੀ। ਮੇਰੇ ਪਤੀ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦੇ ਸਨ, ਬਲਕਿ ਉਹ ਤਾਂ ਮੇਰੇ ਨਾਲ ਗੱਲ ਵੀ ਨਹੀਂ ਕਰਦੇ ਸਨ। ਪਤਾ ਨਹੀਂ ਉਹਨਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ, ਉਹ ਕੀ ਚਾਹੁੰਦੇ ਸਨ, ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਸੀ। ਉਹ ਬਿਲਕੁਲ ਚੁੱਪ ਰਹਿੰਦੇ ਸਨ, ਆਪਣੇ ਅੰਦਰ ਦੇ ਰਾਜ਼ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ ਸਨ, ਸ਼ਾਇਦ ਆਪਣੀ ਪਤਨੀ ਨੂੰ ਵੀ ਨਹੀਂ। ਪਰ ਇੰਨਾ ਤਾਂ ਮੈਂ ਸਮਝ ਗਈ ਸੀ ਕਿ ਉਹ ਬੱਚਾ ਨਾ ਹੋਣ ਕਰਕੇ ਪਰੇਸ਼ਾਨ ਹਨ, ਪਰ ਕਦੇ ਜ਼ਾਹਰ ਨਹੀਂ ਕੀਤਾ। ਸ਼ਾਇਦ ਅੰਦਰ ਹੀ ਅੰਦਰ ਉਹ ਆਪਣੇ ਆਪ ਨੂੰ ਕਸੂਰਵਾਰ ਸਮਝਦੇ ਸਨ। ਪਰ ਕੁਝ ਸਮੇਂ ਤੋਂ ਮੇਰੀ ਤਬੀਅਤ ਖਰਾਬ ਰਹਿਣ ਲੱਗੀ ਸੀ। ਨਾਭੀ ਦੇ ਨੀਚੇ ਅਜੀਬ ਜਿਹਾ ਦਰਦ ਉੱਠਦਾ ਸੀ। 2-3 ਮਹੀਨਿਆਂ ਤੱਕ ਤਾਂ ਇਹ ਦਰਦ ਹਲਕਾ ਸੀ, ਪਰ ਹੁਣ ਵੱਧਦਾ ਜਾ ਰਿਹਾ ਸੀ। ਸਵੇਰੇ-ਸਵੇਰੇ ਮੈਨੂੰ ਇੰਨਾ ਦਰਦ ਨਹੀਂ ਹੁੰਦਾ ਸੀ, ਪਰ ਜਿਵੇਂ ਹੀ ਸ਼ਾਮ ਹੁੰਦੀ ਦਰਦ ਵੱਧਦਾ ਜਾਂਦਾ ਅਤੇ ਫਿਰ ਮੇਰੇ ਲਈ ਬੈੱਡ ਤੋਂ ਉੱਠਣਾ ਵੀ ਮੁਸ਼ਕਿਲ ਹੋ ਜਾਂਦਾ। ਮੈਂ 2-3 ਵਾਰ ਆਪਣੇ ਪਤੀ ਨੂੰ ਵੀ ਦੱਸਿਆ, ਪਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ। ਮੈਂ ਵੀ ਚੁੱਪਚਾਪ ਦਰਦ ਸਹਿੰਦੀ ਰਹੀ। ਦਰਦ ਦੀ ਗੋਲੀ ਖਾ ਲੈਂਦੀ ਤਾਂ ਥੋੜ੍ਹਾ ਜਿਹਾ ਆਰਾਮ ਮਿਲ ਜਾਂਦਾ, ਪਰ ਗੋਲੀ ਦਾ ਅਸਰ ਖਤਮ ਹੁੰਦੇ ਹੀ ਫੇਰ ਦਰਦ ਸ਼ੁਰੂ ਹੋ ਜਾਂਦਾ। ਮੇਰੀ ਸਭ ਤੋਂ ਵੱਡੀ ਪਰੇਸ਼ਾਨੀ ਇਹੀ ਸੀ ਕਿ ਮੇਰੇ ਕੋਲ ਬੱਚਾ ਨਹੀਂ ਸੀ। ਜੇਕਰ ਮੈਂ ਬਿਮਾਰ ਹੋ ਜਾਵਾਂ ਤਾਂ ਮੇਰਾ ਖਿਆਲ ਰੱਖਣ ਵਾਲਾ ਕੋਈ ਨਹੀਂ ਸੀ। ਮੇਰੇ ਪਤੀ ਬਿਮਾਰ ਹੁੰਦੇ ਤਾਂ ਮੈਂ ਉਹਨਾਂ ਦਾ ਖਿਆਲ ਰੱਖਦੀ ਸੀ, ਪਰ ਜੇਕਰ ਮੈਨੂੰ ਸਿਰ ਦਰਦ ਵੀ ਹੋ ਜਾਵੇ ਤਾਂ ਕੋਈ ਪਾਣੀ ਦੇਣ ਵਾਲਾ ਵੀ ਨਹੀਂ ਹੁੰਦਾ ਸੀ। ਇੱਕ ਦਿਨ ਅਚਾਨਕ ਦੂਜੇ ਸ਼ਹਿਰ ਤੋਂ ਮੇਰੀ ਵੱਡੀ ਭੈਣ ਆ ਗਈ। ਉਹ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਆਈ ਸੀ ਅਤੇ ਵਾਪਸੀ 'ਤੇ ਮੇਰੇ ਘਰ ਵੀ ਆ ਗਈ, ਤਾਂ ਉਹ ਮੈਨੂੰ ਦੇਖ ਕੇ ਪਰੇਸ਼ਾਨ ਹੋ ਗਈ। ਸ਼ਾਮ ਦਾ ਸਮਾਂ ਸੀ ਅਤੇ ਮੇਰਾ ਦਰਦ ਵੱਧਦਾ ਹੀ ਜਾ ਰਿਹਾ ਸੀ। ਜਦੋਂ ਦਰਵਾਜ਼ੇ 'ਤੇ ਬੈਲ ਵੱਜੀ ਤਾਂ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਉੱਠ ਕੇ ਦਰਵਾਜ਼ਾ ਹੀ ਖੋਲ੍ਹ ਦੇਵਾਂ। ਪਰ ਸ਼ਾਮ ਨੂੰ ਮੇਰੇ ਪਤੀ ਘਰ ਆਉਂਦੇ ਸਨ, ਇਸ ਲਈ ਮੈਨੂੰ ਉੱਠਣਾ ਹੀ ਪਿਆ। ਪਰ ਸਾਹਮਣੇ ਆਪਣੀ ਦੀਦੀ ਨੂੰ ਦੇਖ ਕੇ ਮੈਂ ਖੁਸ਼ ਹੋਣ ਦੇ ਨਾਲ-ਨਾਲ ਹੈਰਾਨ ਵੀ ਸੀ। ਦੀਦੀ ਪਤਾ ਨਹੀਂ ਕਦੋਂ ਤੋਂ ਬੈਲ ਵਜਾ ਰਹੀ ਸੀ। ਆਉਂਦੇ ਹੀ ਕਹਿਣ ਲੱਗੀ, "ਤੂੰ ਦਰਵਾਜ਼ਾ ਖੋਲ੍ਹਣ ਨੂੰ ਇੰਨਾ ਟਾਈਮ ਕਿਉਂ ਲਗਾ ਦਿੱਤਾ?" ਮੈਂ ਉਹਨਾਂ ਨੂੰ ਚਾਹ ਬਣਾ ਕੇ ਪਿਲਾਈ ਅਤੇ ਆਪਣੀ ਸਾਰੀ ਰਾਮ ਕਹਾਣੀ ਸੁਣਾਈ। ਉਹਨਾਂ ਨੇ ਦੇਖਿਆ ਕਿ ਦਰਦ ਨਾਲ ਮੇਰਾ ਰੰਗ ਪੀਲਾ ਪੈ ਗਿਆ ਹੈ। ਦੀਦੀ ਨੇ ਜਦੋਂ ਮੇਰੀ ਸਾਰੀ ਕਹਾਣੀ ਸੁਣੀ ਤਾਂ ਉਹ ਸੋਚਾਂ ਵਿੱਚ ਪੈ ਗਈ। ਫਿਰ ਮੈਨੂੰ ਕਿਹਾ ਕਿ ਮੈਂ ਜਲਦੀ ਵਿੱਚ ਹਾਂ, ਮੇਰੀ ਟ੍ਰੇਨ ਦੀ ਟਿਕਟ ਬੁੱਕ ਹੈ, ਮੈਨੂੰ ਹਰ ਹਾਲ ਵਿੱਚ ਜਾਣਾ ਪਵੇਗਾ। ਪਿੱਛੇ ਮੇਰਾ ਘਰ, ਮੇਰਾ ਪਤੀ ਅਤੇ ਮੇਰੇ ਬੱਚੇ ਨਾ ਹੁੰਦੇ ਤਾਂ ਮੈਂ ਜ਼ਰੂਰ ਤੇਰੇ ਕੋਲ ਰੁਕ ਜਾਂਦੀ ਅਤੇ ਤੈਨੂੰ ਡਾਕਟਰ ਕੋਲ ਲੈ ਜਾਂਦੀ, ਪਰ ਮੈਂ ਵੀ ਮਜਬੂਰ ਹਾਂ, ਨਹੀਂ ਰੁਕ ਸਕਦੀ। ਦੀਦੀ ਨਾਲ ਉਹਨਾਂ ਦਾ 14 ਸਾਲ ਦਾ ਮੁੰਡਾ ਸੋਨੂ ਵੀ ਸੀ। ਦੀਦੀ ਨੇ ਕਿਹਾ, "ਮੈਂ ਸੋਨੂ ਨੂੰ ਤੇਰੇ ਕੋਲ ਛੱਡ ਜਾਂਦੀ ਹਾਂ, ਤੂੰ ਇਸ ਨਾਲ ਡਾਕਟਰ ਕੋਲ ਜਾ ਆਵੀਂ, ਇਹ ਤੇਰਾ ਖਿਆਲ ਵੀ ਰੱਖੇਗਾ ਅਤੇ ਤੇਰੇ ਕੰਮ ਵੀ ਕਰੇਗਾ। ਅਜੇ ਇਸ ਦੀਆਂ ਜੂਨ-ਜੁਲਾਈ ਦੀਆਂ ਛੁੱਟੀਆਂ ਹਨ, ਇਸ ਲਈ ਸਕੂਲ ਦੀ ਵੀ ਚਿੰਤਾ ਨਹੀਂ ਹੈ। ਮੈਂ ਇਸ ਦੇ ਕੱਪੜੇ ਬਾਅਦ ਵਿੱਚ ਭੇਜ ਦੇਵਾਂਗੀ, ਹਾਲੇ ਤਾਂ ਇਸ ਕੋਲ 2 ਜੋੜੀਆਂ ਹੀ ਹਨ।" ਮੇਰੀ ਭੈਣ ਨੂੰ ਮੇਰੀ ਫਿਕਰ ਸੀ, ਇਸ ਲਈ ਆਪਣੇ ਮੁੰਡੇ ਨੂੰ ਮੇਰੇ ਕੋਲ ਛੱਡ ਕੇ ਚਲੀ ਗਈ। ਪਿਛਲੀ ਵਾਰ ਜਦੋਂ ਮੈਂ ਆਪਣੇ ਭਾਣਜੇ ਨੂੰ ਦੇਖਿਆ ਸੀ ਤਾਂ ਉਹ 10 ਸਾਲ ਦਾ ਸੀ ਅਤੇ ਹੁਣ ਉਹ ਵੱਡਾ ਹੋ ਗਿਆ ਸੀ। ਉਹ ਦੇਖਣ ਵਿੱਚ ਆਪਣੀ ਉਮਰ ਤੋਂ ਵੱਡਾ ਲੱਗਦਾ ਸੀ। ਇਹੀ ਨਹੀਂ ਬਲਕਿ ਉਹ ਬਹੁਤ ਸਮਝਦਾਰ ਵੀ ਹੋ ਚੁੱਕਿਆ ਸੀ, ਪਰ ਉਹ ਸਾਡੇ ਨਾਲ ਜ਼ਿਆਦਾ ਘੁਲਿਆ ਮਿਲਿਆ ਹੋਇਆ ਨਹੀਂ ਸੀ, ਕਿਉਂਕਿ ਦੀਦੀ ਅਤੇ ਮੇਰਾ ਸ਼ਹਿਰ ਬਹੁਤ ਦੂਰ-ਦੂਰ ਸੀ
ਅਤੇ ਅਸੀਂ ਸਭ ਆਪਣੀ ਆਪਣੀ ਜ਼ਿੰਦਗੀ ਵਿੱਚ ਰੁੱਝੇ ਹੋਏ ਸੀ। ਆਉਣ ਜਾਣ ਦਾ ਸਮਾਂ ਹੀ ਨਹੀਂ ਮਿਲ ਪਾਉਂਦਾ ਸੀ। ਖੈਰ, ਸੋਨੂੰ ਨੇ ਮੇਰੇ ਘਰ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਦੀਦੀ ਦੇ ਕਹਿਣ 'ਤੇ ਉਹ ਮੈਨੂੰ ਡਾਕਟਰ ਕੋਲ ਲੈ ਗਿਆ। ਜਾਣ ਨੂੰ ਤਾਂ ਮੈਂ ਖੁਦ ਵੀ ਜਾ ਸਕਦੀ ਸੀ, ਪਰ ਮੈਨੂੰ ਇਕੱਲੇ ਜਾਣ ਵਿੱਚ ਡਰ ਲੱਗਦਾ ਸੀ। ਮੇਰਾ ਘਰ ਸ਼ਹਿਰ ਤੋਂ ਥੋੜ੍ਹਾ ਦੂਰ ਸੀ, ਇਸ ਲਈ ਆਉਣ ਜਾਣ ਵਿੱਚ ਕਾਫੀ ਸਮਾਂ ਲੱਗਦਾ ਸੀ। ਮੈਂ ਦੁਪਹਿਰ ਨੂੰ ਸੋਨੂੰ ਨਾਲ ਰਿਕਸ਼ੇ ਵਿੱਚ ਬੈਠ ਕੇ ਚਲੀ ਗਈ। ਅੱਧੇ ਘੰਟੇ ਬਾਅਦ ਅਸੀਂ ਹਸਪਤਾਲ ਪਹੁੰਚ ਗਏ। ਕਾਫੀ ਦੇਰ ਬਾਅਦ ਮੇਰਾ ਨੰਬਰ ਆਇਆ ਤਾਂ ਮੈਂ ਸੋਨੂੰ ਦੇ ਨਾਲ ਹੀ ਡਾਕਟਰ ਕੋਲ ਅੰਦਰ ਚਲੀ ਗਈ। ਡਾਕਟਰ ਨੇ ਸੋਨੂੰ ਨੂੰ ਇੱਕ ਪਾਸੇ ਬੈਠਣ ਲਈ ਕਿਹਾ। ਉਹ ਚੁੱਪਚਾਪ ਦੂਰ ਬੈਠ ਗਿਆ। ਡਾਕਟਰ ਨੇ ਮੇਰਾ ਅਲਟਰਾਸਾਊਂਡ ਕੀਤਾ ਅਤੇ ਅਜੀਬ ਜਿਹੀ ਬਿਮਾਰੀ ਦੱਸੀ। ਡਾਕਟਰ ਨੇ ਕਿਹਾ ਕਿ ਇਹ ਅਜਿਹੀ ਬਿਮਾਰੀ ਹੈ ਜੋ ਵੱਧਦੀ ਉਮਰ ਦੇ ਨਾਲ ਔਰਤਾਂ ਨੂੰ ਹੋ ਜਾਂਦੀ ਹੈ। 100 ਵਿੱਚੋਂ 10 ਔਰਤਾਂ ਨੂੰ ਇਹ ਬਿਮਾਰੀ ਹੁੰਦੀ ਹੈ। ਇਸ ਬਿਮਾਰੀ ਵਿੱਚ 2 ਤਰ੍ਹਾਂ ਦੀ ਤਕਲੀਫ ਹੁੰਦੀ ਹੈ। ਇੱਕ ਤਾਂ ਇਸ ਵਿੱਚ ਬੱਚਾ ਹੋਣਾ ਮੁਸ਼ਕਿਲ ਹੁੰਦਾ ਹੈ, ਦੂਜਾ ਦਰਦ ਬਹੁਤ ਹੁੰਦਾ ਹੈ। ਇਸ ਬਿਮਾਰੀ ਨੂੰ ਐਂਡੋਮੈਟਰੀਓਸਿਸ ਕਹਿੰਦੇ ਹਨ। ਜੇਕਰ ਔਰਤ ਕੋਲ ਬੱਚੇ ਹੋਣ ਤਾਂ ਉਹ ਆਪਣੀ ਬੱਚੇਦਾਨੀ ਕਢਵਾ ਕੇ ਇਸ ਤਕਲੀਫ ਤੋਂ ਨਿਜਾਤ ਪਾ ਸਕਦੀ ਹੈ, ਪਰ ਜੇਕਰ ਔਲਾਦ ਨਹੀਂ ਹੈ ਤਾਂ ਬਹੁਤ ਹੀ ਵੱਡੀ ਦਿੱਕਤ ਹੋ ਜਾਂਦੀ ਹੈ। ਜਾਂ ਤਾਂ ਔਰਤ ਗੋਲੀਆਂ ਇਸਤੇਮਾਲ ਕਰੇ, ਪਰ ਇਹਨਾਂ ਗੋਲੀਆਂ ਨਾਲ ਔਲਾਦ ਹੋਣ ਦੇ ਚਾਂਸ ਦਿਨ ਬ ਦਿਨ ਘੱਟ ਹੁੰਦੇ ਚਲੇ ਜਾਂਦੇ ਹਨ ਅਤੇ ਔਰਤ ਪੂਰੀ ਤਰ੍ਹਾਂ ਨਾਲ ਬਾਂਝ ਹੋ ਜਾਂਦੀ ਹੈ। ਅਜਿਹੀ ਹਾਲਤ ਵਿੱਚ ਆਪਰੇਸ਼ਨ ਆਖਰੀ ਹੱਲ ਹੁੰਦਾ ਹੈ, ਪਰ ਇਸ ਵਿੱਚ ਪੈਸੇ ਜ਼ਿਆਦਾ ਲੱਗਦੇ ਹਨ। ਆਪਰੇਸ਼ਨ ਦੇ ਜ਼ਰੀਏ ਅਸੀਂ ਸਫਾਈ ਕਰਦੇ ਹਾਂ ਅਤੇ ਔਰਤ ਇਸ ਤਕਲੀਫ ਤੋਂ ਆਜ਼ਾਦ ਹੋ ਜਾਂਦੀ ਹੈ। ਕਿਉਂਕਿ ਤੁਹਾਡੇ ਕੋਲ ਬੱਚਾ ਨਹੀਂ ਹੈ, ਇਸ ਲਈ ਮੈਂ ਤੁਹਾਨੂੰ ਗੋਲੀਆਂ ਖਾਣ ਦੀ ਸਲਾਹ ਨਹੀਂ ਦੇਵਾਂਗੀ, ਬਲਕਿ ਆਪਰੇਸ਼ਨ ਲਈ ਕਹਾਂਗੀ, ਜਿਸ ਲਈ ਤੁਸੀਂ 1 ਲੱਖ ਰੁਪਏ ਜਮ੍ਹਾਂ ਕਰਵਾ ਦਿਓ। ਆਪਰੇਸ਼ਨ ਤੋਂ ਬਾਅਦ ਤੁਹਾਡੀ ਇਸ ਦਰਦ ਤੋਂ ਜਾਨ ਛੁੱਟ ਜਾਵੇਗੀ ਅਤੇ ਰੱਬ ਨੇ ਚਾਹਿਆ ਤਾਂ ਔਲਾਦ ਵੀ ਹੋ ਜਾਵੇਗੀ। 1 ਲੱਖ ਰੁਪਏ ਦਾ ਸੁਣ ਕੇ ਮੈਨੂੰ ਤਾਂ ਜਿਵੇਂ ਸੱਪ ਹੀ ਸੁੰਘ ਗਿਆ। ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਆਪਣਾ ਢਿੱਡ ਭਰਨਾ ਹੀ ਮੁਸ਼ਕਿਲ ਹੋ ਰਿਹਾ ਸੀ, ਤਾਂ ਫਿਰ ਮੈਂ 1 ਲੱਖ ਦਾ ਬੰਦੋਬਸਤ ਕਿੱਥੋਂ ਕਰਦੀ। ਮੈਂ ਬਿਨਾਂ ਕੁਝ ਕਹੇ ਚੁੱਪਚਾਪ ਉੱਥੋਂ ਉੱਠ ਕੇ ਆ ਗਈ। ਸਾਰੇ ਰਸਤੇ ਗਰਮੀ ਦੀ ਤਪਸ਼ ਅਤੇ ਚਿੰਤਾ ਕਾਰਨ ਮੇਰੀ ਹਾਲਤ ਹੋਰ ਵੀ ਖਰਾਬ ਹੁੰਦੀ ਗਈ। ਸ਼ਾਮ ਨੂੰ ਜਦੋਂ ਅਸੀਂ ਘਰ ਪਹੁੰਚੇ ਤਾਂ ਮੈਂ ਬਹੁਤ ਜ਼ਿਆਦਾ ਉਦਾਸ ਸੀ। ਦਰਦ ਵੀ ਬਹੁਤ ਵੱਧ ਗਿਆ ਸੀ। ਸੋਨੂੰ ਨੇ ਮੇਰੀ ਹਾਲਤ ਦੇਖੀ ਤਾਂ ਕਹਿਣ ਲੱਗਿਆ, ਤੁਸੀਂ ਆਰਾਮ ਕਰੋ, ਮੈਂ ਤੁਹਾਨੂੰ ਦਵਾਈ ਦਿੰਦਾ ਹਾਂ। ਸੋਨੂੰ ਨੇ ਮੈਨੂੰ ਦਰਦ ਦੀ ਗੋਲੀ ਅਤੇ ਪਾਣੀ ਦਿੱਤਾ। ਮੈਂ ਲੇਟ ਗਈ, ਪਰ ਦਿਮਾਗ ਵਿੱਚ ਇਹੀ ਚੱਲ ਰਿਹਾ ਸੀ ਕਿ ਰੋਟੀ ਬਣਾਉਣੀ ਹੈ ਅਤੇ ਬਾਕੀ ਕੰਮ ਕਰਨੇ ਹਨ। ਮੈਂ ਦਰਦ ਵਿੱਚ ਆਰਾਮ ਨਹੀਂ ਕਰ ਪਾ ਰਹੀ ਸੀ। ਸ਼ਾਮ ਦੀ ਚਾਹ ਵੀ ਬਣਾਉਣੀ ਸੀ। ਮੈਂ ਇਹੀ ਸੋਚਾਂ ਵਿੱਚ ਗੁੰਮ ਸੀ ਕਿ ਸੋਨੂੰ ਚਾਹ ਦਾ ਕੱਪ ਲੈ ਕੇ ਮੇਰੇ ਕਮਰੇ ਵਿੱਚ ਆ ਗਿਆ। ਉਸਨੇ ਮੇਰੇ ਸਾਹਮਣੇ ਚਾਹ ਰੱਖੀ ਅਤੇ ਚੁੱਪਚਾਪ ਵਾਪਸ ਚਲਾ ਗਿਆ। ਮੈਂ ਚਾਹ ਪੀਤੀ ਤਾਂ ਮੇਰੇ ਦਰਦ ਨੂੰ ਕੁਝ ਆਰਾਮ ਮਿਲਿਆ। ਮੈਂ ਪਹਿਲਾਂ ਵੀ ਸੁਣਿਆ ਸੀ ਕਿ ਪੇਟ ਵਿੱਚ ਦਰਦ ਹੋਣ 'ਤੇ ਕੋਈ ਗਰਮ ਚੀਜ਼ ਪੀਣੀ ਚਾਹੀਦੀ ਹੈ। ਫਿਰ ਮੈਨੂੰ ਯਾਦ ਆਇਆ ਕਿ ਭਾਂਡੇ ਵੀ ਮਾਂਜਣ ਵਾਲੇ ਪਏ ਹਨ। ਮੈਂ ਉੱਠ ਕੇ ਰਸੋਈ ਵੱਲ ਗਈ ਤਾਂ ਦੇਖਿਆ ਕਿ ਸੋਨੂੰ ਨੇ ਸਾਰੇ ਬਰਤਨ ਧੋ ਦਿੱਤੇ ਹਨ। ਮੈਂ ਹੈਰਾਨੀ ਨਾਲ ਉਸ ਵੱਲ ਵੇਖਿਆ ਤਾਂ ਉਸਨੇ ਕਿਹਾ ਕਿ ਮੈਨੂੰ ਆਦਤ ਹੈ, ਮੈਂ ਮੰਮੀ ਦੀ ਵੀ ਕੰਮ ਵਿੱਚ ਮਦਦ ਕਰਵਾ ਦਿੰਦਾ ਹਾਂ। ਤੁਹਾਨੂੰ ਖਾਣਾ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਮੈਨੂੰ ਪੈਸੇ ਦਿਓ, ਮੈਂ ਬਾਜ਼ਾਰ ਤੋਂ ਖਾਣਾ ਲੈ ਆਉਂਦਾ ਹਾਂ। ਸੋਨੂੰ ਦੀਆਂ ਗੱਲਾਂ ਮੈਨੂੰ ਹੈਰਾਨ ਕਰ ਰਹੀਆਂ ਸਨ। ਉਹ ਛੋਟਾ ਜਿਹਾ ਬੱਚਾ ਕਿੰਨਾ ਸਮਝਦਾਰ ਸੀ, ਜਿਵੇਂ ਕੋਈ 20-22 ਸਾਲ ਦਾ ਮੁੰਡਾ ਹੋਵੇ। ਕੁਝ ਬੱਚੇ ਸਮੇਂ ਤੋਂ ਪਹਿਲਾਂ ਹੀ ਸਮਝਦਾਰ ਹੋ ਜਾਂਦੇ ਹਨ। ਸੋਨੂੰ ਵੀ ਉਹਨਾਂ ਵਿੱਚੋਂ ਇੱਕ ਸੀ। ਮੈਂ ਕਿਹਾ, ਨਹੀਂ, ਮੇਰੇ ਪਤੀ ਨੂੰ ਬਾਜ਼ਾਰ ਦਾ ਖਾਣਾ ਪਸੰਦ ਨਹੀਂ ਹੈ। ਮੈਨੂੰ ਘਰੇ ਹੀ ਬਣਾਉਣਾ ਪਏਗਾ। ਤੂੰ ਬਸ ਮੈਨੂੰ ਸਮਾਨ ਲਿਆ ਕੇ ਦੇ ਦੇ। ਮੈਂ ਉਸਨੂੰ ਪੈਸੇ ਦਿੱਤੇ ਅਤੇ ਉਹ ਸੌਦਾ ਲੈਣ ਚਲਾ ਗਿਆ। ਥੋੜ੍ਹੀ ਦੇਰ ਬਾਅਦ ਉਹ ਵਾਪਸ ਆਇਆ ਤਾਂ ਮੈਂ ਸਮਾਨ ਚੈੱਕ ਕੀਤਾ। ਸਭ ਪੂਰਾ ਸੀ, ਪਰ ਇੱਕ ਅਜੀਬ ਜਿਹੀ ਚੀਜ਼ ਸੀ ਜੋ ਸਮਾਨ ਦੇ ਨਾਲ ਹੀ ਸੀ। ਮੈਂ ਹੈਰਾਨੀ ਨਾਲ ਦੇਖਿਆ ਕਿ ਉਹ ਫਟਕੜੀ ਲੈ ਕੇ ਆਇਆ ਸੀ। ਮੈਂ ਸੋਚਾਂ ਵਿੱਚ ਪੈ ਗਈ ਕਿ ਉਹ ਫਟਕੜੀ ਕਿਉਂ ਲੈ ਕੇ ਆਇਆ ਹੈ, ਪਰ ਮੈਂ ਉਸਨੂੰ ਕੁਝ ਨਹੀਂ ਪੁੱਛਿਆ। ਮੈਨੂੰ ਲੱਗਿਆ ਉਹ ਗਲਤੀ ਨਾਲ ਲੈ ਆਇਆ ਹੈ, ਪਰ ਇਹ ਇੱਕ ਵਾਰ ਨਹੀਂ ਹੋਇਆ। ਰੋਜ਼ ਹੀ ਹੁਣ ਅਜਿਹਾ ਹੋਣ ਲੱਗਿਆ ਸੀ। ਮੈਂ ਉਸ ਤੋਂ ਕੁਝ ਵੀ ਮੰਗਵਾਉਂਦੀ ਤਾਂ ਉਹ 20 ਰੁਪਏ ਦੀ ਫਟਕੜੀ ਜ਼ਰੂਰ ਲੈ ਕੇ ਆਉਂਦਾ ਸੀ। ਮੈਂ ਉਹ ਫਟਕੜੀ ਰਸੋਈ ਵਿੱਚ ਰੱਖ ਦਿੰਦੀ ਸੀ। ਇੱਥੋਂ ਤੱਕ ਕਿ ਮੇਰੇ ਕੋਲ ਫਟਕੜੀ ਦਾ ਢੇਰ ਲੱਗ ਗਿਆ ਸੀ। ਸੋਨੂੰ ਮਾਸੂਮ ਜਿਹਾ ਮੁੰਡਾ ਸੀ ਅਤੇ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਆ ਰਹੀ ਸੀ ਕਿ ਮੈਂ ਉਸਨੂੰ ਇਹ ਪੁੱਛ ਸਕਾਂ ਕਿ ਉਹ ਇਹ ਫਟਕੜੀ ਸਮਾਨ ਦੇ ਨਾਲ ਕਿਉਂ ਲੈ ਕੇ ਆਉਂਦਾ ਹੈ। ਜੇਕਰ ਇਹ ਇੱਕ ਵਾਰ ਹੁੰਦਾ ਤਾਂ ਮੈਂ ਸੋਚਦੀ ਕਿ ਇਹ ਗਲਤੀ ਨਾਲ ਹੋਇਆ ਹੈ,
ਪਰ ਇਹ ਸਭ ਰੋਜ਼ ਹੀ ਹੋ ਰਿਹਾ ਸੀ। ਸੋਨੂੰ ਦੇ ਆਉਣ ਨਾਲ ਸਿਰਫ ਮੈਨੂੰ ਹੀ ਨਹੀਂ ਬਲਕਿ ਮੇਰੇ ਪਤੀ ਨੂੰ ਵੀ ਆਸਾਨੀ ਹੋ ਗਈ ਸੀ। ਉਹਨਾਂ ਨੂੰ ਵੀ ਜੇਕਰ ਕੁਝ ਮੰਗਵਾਉਣਾ ਹੁੰਦਾ ਤਾਂ ਉਹ ਸੋਨੂੰ ਨੂੰ ਭੇਜ ਦਿੰਦੇ ਸਨ, ਨਹੀਂ ਤਾਂ ਪਹਿਲਾਂ ਉਹ ਦਫ਼ਤਰ ਤੋਂ ਥੱਕੇ ਹਾਰੇ ਆਉਂਦੇ ਸਨ ਅਤੇ ਜੇਕਰ ਕੋਈ ਕੰਮ ਹੁੰਦਾ ਤਾਂ ਉਹਨਾਂ ਨੂੰ ਆਪ ਹੀ ਦੁਕਾਨ 'ਤੇ ਜਾਣਾ ਪੈਂਦਾ ਸੀ, ਜੋ ਉਹਨਾਂ ਲਈ ਬੜੀ ਹੀ ਮੁਸ਼ਕਿਲ ਦਾ ਕੰਮ ਸੀ। ਬੇਔਲਾਦ ਜੋੜਿਆਂ ਦਾ ਦਰਦ ਸ਼ਾਇਦ ਹੀ ਦੁਨੀਆ ਵਿੱਚ ਕੋਈ ਸਮਝ ਸਕਦਾ ਹੋਵੇ ਕਿ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰ ਰਹੇ ਹੁੰਦੇ ਹਨ। ਮੇਰੇ ਪਤੀ ਵਿੱਚ ਤਾਂ ਕਮੀ ਹੈ ਹੀ ਸੀ, ਹੁਣ ਮੇਰੇ ਅੰਦਰ ਵੀ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਗਈਆਂ ਸਨ। ਮੇਰੇ ਕੋਲ ਆਪਰੇਸ਼ਨ ਲਈ ਪੈਸੇ ਨਹੀਂ ਸਨ ਅਤੇ ਗੋਲੀਆਂ ਮੈਂ ਖਾਣਾ ਨਹੀਂ ਚਾਹੁੰਦੀ ਸੀ। ਜਿੱਥੇ ਸੋਨੂੰ ਨੇ ਸਾਡੇ ਦੋਵਾਂ ਲਈ ਆਸਾਨੀਆਂ ਕਰ ਦਿੱਤੀਆਂ ਸਨ, ਉੱਥੇ ਇੱਕ ਬਹੁਤ ਵੱਡੀ ਚਿੰਤਾ ਵੀ ਮੇਰੇ ਲਈ ਖੜੀ ਕਰ ਦਿੱਤੀ ਸੀ ਅਤੇ ਉਹ ਸੀ ਫਟਕੜੀ ਦੀ ਚਿੰਤਾ। ਮੈਂ ਸੁਣਿਆ ਸੀ ਕਿ ਫਟਕੜੀ ਨੂੰ ਔਰਤਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਲਈ ਵਰਤਿਆ ਜਾਂਦਾ ਹੈ। ਇਸ ਕਰਕੇ ਸ਼ਰਮ ਦੇ ਮਾਰੇ ਮੈਂ ਆਪਣੇ ਭਾਣਜੇ ਨੂੰ ਪੁੱਛ ਨਹੀਂ ਪਾ ਰਹੀ ਸੀ ਕਿ ਉਹ ਫਟਕੜੀ ਕਿਉਂ ਲੈ ਕੇ ਆਉਂਦਾ ਹੈ। ਕਿ ਉਸਨੇ ਮੇਰੀਆਂ ਅਤੇ ਡਾਕਟਰ ਦੀਆਂ ਗੱਲਾਂ ਸੁਣ ਲਈਆਂ ਸਨ। ਮੈਂ ਇਹੀ ਸੋਚ ਕੇ ਥੱਕ ਚੁੱਕੀ ਸੀ। ਦਿਲ ਕਰਦਾ ਸੀ ਉਸਨੂੰ ਮਨਾ ਕਰਾਂ ਕਿ ਇਹ ਚੀਜ਼ ਨਾ ਲੈ ਕੇ ਆਵੇ, ਪਰ ਮੈਂ ਉਸਨੂੰ ਕੁਝ ਵੀ ਨਹੀਂ ਕਹਿ ਪਾਉਂਦੀ ਸੀ। ਇੱਕ ਦਿਨ ਮੈਂ ਹਿੰਮਤ ਕਰਕੇ ਸੋਨੂੰ ਨੂੰ ਫਟਕੜੀ ਦੇ ਬਾਰੇ ਵਿੱਚ ਸਵਾਲ ਕੀਤਾ ਤਾਂ ਉਸਨੇ ਮੈਨੂੰ ਅਜਿਹੀ ਗੱਲ ਦੱਸੀ ਕਿ ਮੈਂ ਹੈਰਾਨ ਰਹਿ ਗਈ। ਮੈਂ ਵਾਪਿਸ ਆਪਣੇ ਕਮਰੇ ਵਿੱਚ ਆ ਗਈ ਅਤੇ ਸੋਨੂੰ ਦੀਆਂ ਗੱਲਾਂ ਨੂੰ ਸੋਚਦੀ ਰਹੀ। ਇਸ ਦਾ ਮਤਲਬ ਹੈ ਕਿ ਉਹ ਰਾਤ ਨੂੰ ਸਾਡੇ ਦੋਵਾਂ ਪਤੀ ਪਤਨੀ ਦੀਆਂ ਗੱਲਾਂ ਸੁਣਦਾ ਸੀ। ਮੈਨੂੰ ਅਜੀਬ ਜਿਹੀ ਸ਼ਰਮਿੰਦਗੀ ਨੇ ਘੇਰ ਲਿਆ ਸੀ। ਮੇਰਾ ਦਿਲ ਕਰ ਰਿਹਾ ਸੀ ਕਿ ਜ਼ਮੀਨ ਫਟ ਜਾਵੇ ਅਤੇ ਮੈਂ ਇਸ ਵਿੱਚ ਸਮਾ ਜਾਵਾਂ। ਮੇਰੇ ਦਿਮਾਗ ਵਿੱਚ ਬਿਲਕੁਲ ਵੀ ਨਹੀਂ ਸੀ ਕਿ ਉਹ ਮੇਰੇ ਇਸ ਰਾਜ ਨੂੰ ਜਾਣ ਜਾਵੇਗਾ, ਜਿਸ ਨੂੰ ਮੈਂ ਸਭ ਤੋਂ ਛੁਪਾਉਂਦੀ ਸੀ। ਉਸਨੇ ਸਾਡੇ ਦੋਵਾਂ ਪਤੀ ਪਤਨੀ ਦੀਆਂ ਗੱਲਾਂ ਸੁਣ ਲਈਆਂ ਸਨ, ਇਸ ਲਈ ਉਹ ਮੈਨੂੰ ਰੋਜ਼ ਫਟਕੜੀ ਲਿਆ ਕੇ ਦਿੰਦਾ ਸੀ, ਪਰ ਕਹਿਣ ਦੀ ਹਿੰਮਤ ਨਹੀਂ ਕਰ ਪਾਉਂਦਾ ਸੀ ਕਿ ਮੈਂ ਇਸ ਨੂੰ ਇਸਤੇਮਾਲ ਕਰਾਂ। ਮੈਂ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਅਤੇ ਫੁੱਟ ਕੇ ਰੋਣ ਲੱਗੀ। ਇਹ ਅਜਿਹੀ ਸ਼ਰਮ ਦੀ ਗੱਲ ਸੀ ਕਿ ਮੇਰੇ ਭਾਣਜੇ ਨੂੰ ਮੇਰੇ ਨਾਲ ਕਰਦੇ ਹੋਏ ਸ਼ਰਮ ਆ ਰਹੀ ਸੀ ਅਤੇ ਮੈਨੂੰ ਉਸਨੂੰ ਪੁੱਛਦੇ ਹੋਏ। ਥੋੜ੍ਹੀ ਦੇਰ ਬਾਅਦ ਸੋਨੂੰ ਨੇ ਦਰਵਾਜ਼ਾ ਖੜਕਾਇਆ। ਉਸਨੇ ਕਿਹਾ ਕਿ ਉਹ ਸਵੇਰੇ ਵਾਪਿਸ ਜਾ ਰਿਹਾ ਹੈ, ਹੁਣ ਉਹ ਹੋਰ ਇੱਥੇ ਨਹੀਂ ਰਹਿ ਸਕਦਾ। ਮੈਂ ਕੁਝ ਨਹੀਂ ਬੋਲੀ। ਮੈਂ ਇੰਨੀ ਸ਼ਰਮਿੰਦਾ ਸੀ ਕਿ ਉਸਨੂੰ ਇਹ ਤੱਕ ਨਾ ਕਹਿ ਸਕੀ ਕਿ ਰੁਕ ਜਾ, ਸਵੇਰੇ ਚਲਾ ਜਾਵੀਂ। ਉਸਦੇ ਇੱਥੇ ਰਹਿਣ ਨਾਲ ਮੈਨੂੰ ਬਹੁਤ ਆਸਾਨੀਆਂ ਸਨ, ਪਰ ਬਹੁਤ ਸਾਰੀਆਂ ਪਰੇਸ਼ਾਨੀਆਂ ਵੀ ਜਨਮ ਲੈਂਦੀਆਂ ਜਾ ਰਹੀਆਂ ਸਨ। ਮੈਂ ਰਸੋਈ ਵਿੱਚ ਚਲੀ ਗਈ ਅਤੇ ਉਸ ਫਟਕੜੀ ਦੇ ਢੇਰ ਨੂੰ ਡੱਬੇ ਵਿੱਚੋਂ ਕੱਢਿਆ। ਮੈਨੂੰ ਸੋਨੂੰ ਦੀਆਂ ਗੱਲਾਂ ਯਾਦ ਆਉਣ ਲੱਗੀਆਂ ਤਾਂ ਅਜੀਬ ਜਿਹਾ ਅਹਿਸਾਸ ਹੋਇਆ। ਮੇਰਾ ਦਿਲ ਕੀਤਾ ਕਿ ਮੈਂ ਇਹ ਸਭ ਕੂੜੇ ਵਿੱਚ ਸੁੱਟ ਦੇਵਾਂ, ਪਰ ਫਿਰ ਸੋਚਿਆ ਕਿ ਉਹ ਇਹ ਸਭ ਮੇਰੀ ਭਲਾਈ ਲਈ ਹੀ ਕਰ ਰਿਹਾ ਸੀ। ਉਸਨੇ ਕਿਹੜਾ ਕੁਝ ਗਲਤ ਕਿਹਾ ਸੀ। ਮੈਂ ਇੱਕ ਫਟਕੜੀ ਚੁੱਕੀ ਅਤੇ ਨਹਾਉਣ ਵਾਲੇ ਪਾਣੀ ਵਿੱਚ ਪਾ ਦਿੱਤੀ। ਥੋੜ੍ਹੀ ਦੇਰ ਬਾਅਦ ਉਹ ਘੁਲ ਗਈ ਤਾਂ ਮੈਂ ਉਸ ਪਾਣੀ ਨਾਲ ਨਹਾ ਲਈ। ਮੈਂ ਬਹੁਤ ਦਿਨਾਂ ਤੱਕ ਫਟਕੜੀ ਵਾਲੇ ਪਾਣੀ ਨਾਲ ਨਹਾਉਂਦੀ ਰਹੀ ਅਤੇ ਮੇਰੀ ਬਿਮਾਰੀ ਖਤਮ ਹੁੰਦੀ ਚਲੀ ਗਈ। ਮੇਰੀ ਇਹੀ ਬਿਮਾਰੀ ਸੀ ਕਿ ਮੇਰੇ ਵਿੱਚੋਂ ਬਹੁਤ ਜ਼ਿਆਦਾ ਬਦਬੂ ਆਉਂਦੀ ਸੀ। ਮੈਂ ਇਕੱਲੀ ਰਹਿੰਦੀ ਸੀ, ਇਸ ਲਈ ਕੋਈ ਇਸ ਬਦਬੂ ਨੂੰ ਜ਼ਿਆਦਾ ਮਹਿਸੂਸ ਨਹੀਂ ਕਰ ਪਾਉਂਦਾ ਸੀ, ਪਰ ਮੇਰਾ ਪਤੀ ਤਾਂ ਮੇਰੇ ਨਾਲ ਰਹਿੰਦਾ ਸੀ। ਮੈਂ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੀ ਸੀ, ਪਰ ਇਹ ਇੱਕ ਬਿਮਾਰੀ ਸੀ। ਰੋਜ਼ ਫਟਕੜੀ ਵਾਲੇ ਪਾਣੀ ਨਾਲ ਨਹਾਉਣ ਕਰਕੇ ਮੇਰੀ ਇਹ ਬਿਮਾਰੀ ਹੌਲੀ-ਹੌਲੀ ਘੱਟ ਹੋਣ ਲੱਗੀ ਅਤੇ ਮੇਰੀ ਜ਼ਿੰਦਗੀ ਆਸਾਨ ਹੋ ਗਈ, ਕਿਉਂਕਿ ਰੋਜ਼ ਰਾਤ ਨੂੰ ਮੈਂ ਆਪਣੇ ਪਤੀ ਦੇ ਤਾਨੇ ਸੁਣਦੀ ਸੀ, ਜੋ ਮੈਨੂੰ ਕਹਿੰਦਾ ਸੀ ਕਿ ਮੇਰੇ ਵਿੱਚੋਂ ਬਹੁਤ ਬਦਬੂ ਆਉਂਦੀ ਹੈ। ਇੱਕ ਰਾਤ ਮੇਰਾ ਪਤੀ ਇਸੇ ਤਰ੍ਹਾਂ ਦੀਆਂ ਗੱਲਾਂ ਮੈਨੂੰ ਕਹਿ ਰਿਹਾ ਸੀ, ਜੋ ਸੋਨੂੰ ਨੇ ਸੁਣ ਲਿਆ ਅਤੇ ਉਸਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਰੋਜ਼ ਫਟਕੜੀ ਲੈ ਕੇ ਆਉਂਦਾ ਸੀ ਤਾਂ ਜੋ ਮੈਂ ਉਸ ਨਾਲ ਨਹਾ ਕੇ ਇਸ ਬਿਮਾਰੀ ਤੋਂ ਜਾਨ ਛੁਡਾ ਸਕਾਂ। ਸੋਨੂੰ ਨੇ ਦੱਸਿਆ ਕਿ ਉਸਦੇ ਦੋਸਤ ਨੂੰ ਇਹ ਬਿਮਾਰੀ ਸੀ ਅਤੇ ਰੋਜ਼ ਨਹਾਉਣ ਦੇ ਬਾਵਜੂਦ ਵੀ ਉਸਦੀ ਬਦਬੂ ਨਹੀਂ ਜਾਂਦੀ ਸੀ। ਉਹ ਦੋਸਤਾਂ ਵਿੱਚ ਬੈਠਣ ਦੇ ਕਾਬਿਲ ਵੀ ਨਹੀਂ ਰਿਹਾ ਸੀ। ਅਸੀਂ ਸਭ ਉਸ ਤੋਂ ਦੂਰ ਹੀ ਰਹਿੰਦੇ ਸੀ। ਉਸਦੀ ਬਦਬੂ ਦੀ ਵਜ੍ਹਾ ਕਾਰਨ ਕਿਸੇ ਨੇ ਮੇਰੇ ਦੋਸਤ ਨੂੰ ਫਟਕੜੀ ਵਾਲੇ ਪਾਣੀ ਨਾਲ ਨਹਾਉਣ ਦੀ ਸਲਾਹ ਦਿੱਤੀ। ਜਿਵੇਂ ਹੀ ਉਸਨੇ ਫਟਕੜੀ ਵਾਲੇ ਪਾਣੀ ਨਾਲ ਨਹਾਉਣਾ ਸ਼ੁਰੂ ਕੀਤਾ ਤਾਂ ਉਸਦੀ ਇਹ ਬਿਮਾਰੀ ਖਤਮ ਹੋ ਗਈ। ਸੋਨੂੰ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਸ਼ਰਮਿੰਦਾ ਹੋਈ ਸੀ ਅਤੇ ਮੈਨੂੰ ਰੋਣਾ ਆ ਗਿਆ ਸੀ, ਪਰ ਜਦੋਂ ਉਸ ਦੁਆਰਾ ਲਿਆਂਦੀ ਫਟਕੜੀ ਨਾਲ ਮੈਂ ਨਹਾਉਣਾ ਸ਼ੁਰੂ ਕੀਤਾ ਤਾਂ ਮੇਰੀ ਜ਼ਿੰਦਗੀ ਆਸਾਨ ਹੋ ਗਈ। ਮੈਂ ਮਹਿਸੂਸ ਕੀਤਾ ਕਿ ਮੇਰੇ ਪਤੀ ਦੀ ਬਦਬੂ ਵਾਲੀ ਸ਼ਿਕਾਇਤ ਖਤਮ ਹੋ ਚੁੱਕੀ ਸੀ। ਮੈਂ ਹੈਰਾਨ ਸੀ ਕਿ ਕਿਵੇਂ ਉਹ ਮੇਰੀ ਦਿੱਕਤ ਸਮਝ ਗਿਆ ਅਤੇ ਉਸਨੇ ਮੇਰੀ ਮਦਦ ਕੀਤੀ।
ਜਦੋਂ ਕਿ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਉਸ ਨੂੰ ਮੇਰੀ ਔਰਤਾਂ ਵਾਲੀ ਬਿਮਾਰੀ ਦੇ ਬਾਰੇ ਵਿੱਚ ਪਤਾ ਲੱਗ ਗਿਆ ਹੈ, ਇਸ ਲਈ ਉਹ ਫਟਕੜੀ ਲੈ ਕੇ ਆਉਂਦਾ ਹੈ। ਇਸੇ ਕਰਕੇ ਮੈਂ ਉਸ ਨੂੰ ਪੁੱਛ ਵੀ ਨਹੀਂ ਰਹੀ ਸੀ। ਪਰ ਸੋਨੂ ਦੇ ਚਲੇ ਜਾਣ ਤੋਂ ਬਾਅਦ ਮੈਨੂੰ ਇਹ ਅਹਿਸਾਸ ਹੋਇਆ ਕਿ ਜ਼ਿੰਦਗੀ ਵਿੱਚ ਔਲਾਦ ਦਾ ਹੋਣਾ ਕਿੰਨਾ ਜ਼ਰੂਰੀ ਹੈ। ਮੈਂ ਆਪਣੇ ਸੋਨੇ ਦੇ ਕੰਗਣ ਵੇਚ ਦਿੱਤੇ ਅਤੇ ਆਪਰੇਸ਼ਨ ਕਰਵਾ ਲਿਆ ਅਤੇ ਉਸ ਦਰਦ ਤੋਂ ਵੀ ਜਾਨ ਛੁਡਵਾਈ। ਫਿਰ ਦੀਦੀ ਨੇ ਮੇਰੇ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵੈਦ ਜੀ ਤੋਂ ਦਵਾਈ ਲਈ ਹੈ, ਜੋ ਮੈਨੂੰ ਆਪਣੇ ਪਤੀ ਨੂੰ ਰੋਜ਼ ਰਾਤ ਨੂੰ ਦੁੱਧ ਵਿੱਚ ਮਿਲਾ ਕੇ ਦੇਣੀ ਹੈ। ਮੇਰੇ ਲਈ ਆਸਾਨੀ ਹੋ ਗਈ ਸੀ, ਕਿਉਂਕਿ ਮੇਰੇ ਪਤੀ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣ ਦੀ ਆਦਤ ਸੀ। ਮੈਂ ਆਪ ਵੀ ਦਵਾਈ ਲਈ ਅਤੇ ਆਪਣੀ ਪਤੀ ਨੂੰ ਵੀ ਬਿਨਾਂ ਦੱਸੇ ਦੁੱਧ ਵਿੱਚ ਮਿਲਾ ਕੇ ਦਿੰਦੀ ਰਹੀ। 6 ਮਹੀਨੇ ਬਾਅਦ ਮੈਨੂੰ ਪਤਾ ਲੱਗਿਆ ਕਿ ਮੈਂ ਮਾਂ ਬਣਨ ਵਾਲੀ ਹਾਂ। ਮੈਨੂੰ ਯਕੀਨ ਨਹੀਂ ਆ ਰਿਹਾ ਸੀ। ਪਰਮਾਤਮਾ ਨੇ ਮੇਰੀ ਝੋਲੀ ਭਰ ਦਿੱਤੀ ਅਤੇ ਮੈਨੂੰ ਪੁੱਤਰ ਦੀ ਦਾਤ ਬਖਸ਼ੀ। ਮੇਰੇ ਪਤੀ ਨੇ ਮੈਨੂੰ ਕਿਹਾ ਕਿ ਉਹ ਸਮਝ ਗਏ ਸਨ ਕਿ ਮੈਂ ਉਹਨਾਂ ਨੂੰ ਦੁੱਧ ਵਿੱਚ ਮਿਲਾ ਕੇ ਦਵਾਈ ਦਿੰਦੀ ਹਾਂ। ਉਹਨਾਂ ਨੇ ਇਹ ਦਵਾਈ ਦੇਖ ਲਈ ਸੀ, ਪਰ ਉਹ ਚੁੱਪਚਾਪ ਲੈਂਦੇ ਰਹੇ, ਕਿਉਂਕਿ ਸੋਨੂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਵੀ ਅਹਿਸਾਸ ਹੋ ਗਿਆ ਸੀ ਕਿ ਔਲਾਦ ਤੋਂ ਬਗੈਰ ਇਨਸਾਨ ਦੀ ਕੋਈ ਜ਼ਿੰਦਗੀ ਨਹੀਂ ਹੈ। ਮੇਰੇ ਪਤੀ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਅਤੇ ਖੁਸ਼ੀ ਨਾਲ ਦਵਾਈ ਲੈਂਦੇ ਰਹੇ, ਕਿਉਂਕਿ ਉਹਨਾਂ ਨੂੰ ਵੀ ਔਲਾਦ ਚਾਹੀਦੀ ਸੀ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ ਤੇ ਸੈੱਟ ਕਰ ਲਿਓ, ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।